ਸਤਿ ਸ੍ਰੀ ਅਕਾਲ ਜੀ। ਮੈਂ ਦਿਲਬਾਗ ਸਿੰਘ ਮਰਿੰਡਾ ਤੇ ਅੱਜ ਅਸੀਂ ਪਹੁੰਚੇ ਹਾਂ ਜੀ ਪ੍ਰਭ ਆਸਰਾ ਕੁਰਾਲੀ ਔਰ ਮੋਹਾਲੀ ਰੋਡ ਤੇ ਪਿੰਡ ਪਡਿਆਲਾ, ਜਿੱਥੇ ਕਿ ਨਿਆਸਰਿਆਂ ਲਈ ਘਰ ਬਣਾਇਆ ਗਿਆ ਔਰ ਤੇ ਦੁਖੀਆਂ ਨੂੰ ਜਿੱਥੇ ਰੱਖਿਆ ਜਾ ਰਿਹਾ, ਜਿੱਥੇ ਹਰ ਇਨਸਾਨ ਅੱਜ ਆਪੋ ਆਪਣੇ ਲਈ ਸੋਚਦਾ। ਪਰ ਇੱਥੋਂ ਦੀ ਜਿਹੜੀ ਸੰਸਥਾ ਹੈ ਉਹਨਾਂ ਨੇ ਇੱਕ ਕਦਮ ਚੁੱਕਿਆ ਹੈ ਕਿ ਅਸੀਂ ਹਰ ਇੱਕ ਦੀ ਸੇਵਾ ਕਰਨੀ ਆ। ਤਾਂ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਅੰਦਰ ਦਾ ਦ੍ਰਿਸ਼ ਤੇ ਗੱਲਬਾਤ ਵੀ ਕਰਾਂਗੇ ਨਾਲ। ਆਪਾਂ ਜਾ ਕੇ ਅੰਦਰ ਪ੍ਰਭ ਆਸਰਾ कलयुग बुरा जमाना है, बुरा हुंदा मर्द नूं ताना है, की बनू इस दुनिया दा खांदा जान नूं झोरा है। ये संसार दोस्तों हुण हो गया मतलब खोरा है, ये संसार दोस्तों हुण हो गया मतलब खोरा है। जिथे कि हर इंसान सिर्फ अपने मतलब लई जिउंदा है ते अपने मतलब नहीं ही अपने बंदियां नूं मिलदा है जां अपने रिश्तेदारां नूं मिलदा है। ਇੱਥੇ ਕੁਝ ਪਰਮਾਤਮਾ ਵੱਲੋਂ ਇਹੋ ਜਿਹੇ ਵੀ ਇਨਸਾਨ ਭੇਜੇ ਜਾਂਦੇ ਨੇ ਜਿਹੜੇ ਕਿ ਆਪਣਾ ਸੁੱਖ ਆਰਾਮ ਛੱਡ ਕੇ ਕਿਸੇ ਦੇ ਦੁੱਖਾਂ ਵਿੱਚ, ਕਿਸੇ ਨੂੰ ਦੁੱਖਾਂ ਵਿੱਚੋਂ ਕੱਢਣ ਲਈ ਆਪਣਾ ਸੁੱਖ ਆਰਾਮ ਤਿਆਗ ਦਿੰਦੇ ਨੇ। ਇਸੇ ਤਰ੍ਹਾਂ ਦੇ ਇਨਸਾਨ ਨੇ ਅੱਜ ਸਾਡੇ ਨਾਲ ਪ੍ਰਭ ਆਸਰਾ ਨਿਆਸਰਿਆਂ ਦੇ ਲਈ ਜਿਨ੍ਹਾਂ ਨੇ ਘਰ ਬਣਾਇਆ, ਸਰਦਾਰ ਸ਼ਮਸ਼ੇਰ ਸਿੰਘ ਜੀ, ਔਰ ਜਿਨ੍ਹਾਂ ਨੇ ਆਪਣਾ ਸੁੱਖ ਆਰਾਮ ਸਾਰਾ ਤਿਆਗ ਕੇ ਉਹਨਾਂ ਦੁੱਖਾਂ ਵਿੱਚ ਵਸੇ ਲੋਕਾਂ ਨੂੰ ਤੇ ਇਕੱਠੇ ਕਰਕੇ ਇੱਕ ਪਲੇਟਫਾਰਮ ਤੇ ਇੱਕ ਆਪਣਾ ਉਹਨਾਂ ਲਈ ਘਰ ਬਣਾਇਆ, ਜਿੱਥੇ ਉਹ ਆਪਣਾ ਪਰਿਵਾਰ ਸਮਝਦੇ ਉਹਨਾਂ ਨੂੰ ਤੇ ਆਪਣੇ ਦੁੱਖ ਸੁੱਖਾਂ ਦੇ ਵਿੱਚ ਉਹਨਾਂ ਦੇ ਨਾਲ ਸਾਂਝੇ ਹੁੰਦੇ ਨੇ। ਸਾਡੇ ਨਾਲ ਨੇ ਸਰਦਾਰ ਸ਼ਮਸ਼ੇਰ ਸਿੰਘ ਜੀ, ਔਰ ਆਪਾਂ ਉਹਨਾਂ ਦਾ ਸਵਾਗਤ ਕਰਾਂਗੇ ਲੋਕ ਮਸਲੇ ਚੈਨਲ ਦੇ ਵਿੱਚ। ਔਰ ਅਸੀਂ ਉਹਨਾਂ ਦੀ ਪ੍ਰਸ਼ੰਸਾ ਵੀ ਪਹਿਲਾਂ ਹੀ ਸ਼ੁਰੂ 'ਚ ਹੀ ਕਰ ਦਿੰਦੇ ਆ ਕਿ ਉਹਨਾਂ ਨੇ ਬਹੁਤ ਵੱਡਾ ਜਿਹੜਾ ਕਦਮ ਚੁੱਕਿਆ ਹੋਇਆ ਕਿ ਦੁੱਖਾਂ ਦੇ ਵਿੱਚ ਪਏ ਇਨਸਾਨ ਨੂੰ ਲਿਆ ਕੇ ਉਹਦੀ ਸੇਵਾ ਕਰਨੀ ਔਰ ਉਹਦੀ ਦੇਖਭਾਲ ਕਰਨੀ, ਜਿਹੜਾ ਕਿ ਫਰਜ਼ ਇਨਸਾਨ ਦਾ ਬਣਦਾ। ਪਰ ਇਨਸਾਨ ਆਪਣਾ ਫਰਜ਼ ਭੁੱਲੀ ਬੈਠੇ ਨੇ। ਔਰ ਸਾਡੇ ਨਾਲ ਨੇ ਸ਼ਮਸ਼ੇਰ ਸਿੰਘ ਜੀ, ਔਰ ਜਿਹੜੇ ਕਿ ਇਸ ਸੇਵਾ ਦੇ ਵਿੱਚ ਆਪਣਾ ਦਿਨ ਰਾਤ ਇੱਕ ਕਰਕੇ ਉਹਨਾਂ ਦੁਖੀ ਲੋਕਾਂ ਦੀ ਸੇਵਾ ਕਰ ਰਹੇ ਨੇ। ਸਤਿ ਸ੍ਰੀ ਅਕਾਲ ਜੀ ਸਰਦਾਰ ਸ਼ਮਸ਼ੇਰ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਤੁਹਾਡਾ ਲੋਕ ਮਸਲੇ ਚੈਨਲ, ਜੋ ਲੋਕਾਂ ਦੇ ਮਸਲਿਆਂ ਨੂੰ ਸਮਾਜ ਤੱਕ, ਸਰਕਾਰ ਤੱਕ ਲੈ ਕੇ ਜਾ ਰਿਹਾ ਹੈ। ਸਲੂਟ ਹੈ ਤੁਹਾਡੀਆਂ ਭਾਵਨਾਵਾਂ ਨੂੰ ਜੋ ਇਹ ਜਿਹੇ ਹਾਲਾਤਾਂ ਦੇ ਵਿੱਚ ਸੱਚ ਨੂੰ ਸਾਹਮਣੇ ਲਿਆ ਰਿਹਾ ਹੈ। ਤੇ ਸਾਡਾ ਤਾਂ ਪਹਿਲਾਂ ਤਾਂ ਕੋਈ ਸਵਾਲ ਹੀ ਨਹੀਂ ਜੀ। ਸਵਾਲ ਤਾਂ ਲੀਡਰ ਲੋਕਾਂ ਨੂੰ ਲੋਕ ਕਰਦੇ ਨੇ, ਪਰ ਅਸੀਂ ਤੁਹਾਡੀ ਸੇਵਾ ਦੇਖ ਕੇ ਇਹ ਸਾਡੇ ਵੀ ਮਨ 'ਚ ਇੱਕ ਉਪਜੀ ਹੈ ਕਿ ਅਸੀਂ ਜਿਹੜੀ ਤੁਹਾਡੀ ਸੇਵਾ ਹੈ ਉਹ ਲੋਕਾਂ ਤੱਕ ਪਹੁੰਚਾਈਏ, ਕਿ ਲੋਕਾਂ ਨੂੰ ਵੱਧ ਤੋਂ ਵੱਧ ਇਸ ਤੋਂ ਗਿਆਨ ਮਿਲੇ, ਕਿ ਲੋਕ ਵੀ ਸੇਵਾ ਕਰਨ ਦੇ ਵਿੱਚ ਲੱਗ ਜਾਣ। ਔਰ ਮੈਂ ਤੁਹਾਨੂੰ ਇਹੀ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਕਿੰਨੇ ਚਿਰ ਤੋਂ ਇਹ ਜਿਹੜੀ ਸਾਡੀ ਸੰਸਥਾ ਹੈ ਕਿੰਨੇ ਚਿਰ ਤੋਂ ਚੱਲ ਰਹੀ ਹੈ ਜੀ? ਇਹ ਸੰਸਥਾ ਨੂੰ ਤਾਂ ਜੀ ਜਿਸ ਵੇਲੇ ਨਾ ਸਾਡੇ ਦੇਸ਼ ਦੇ ਨਾਗਰਿਕ ਜਿਹੜੇ ਕਿ ਕੁਝ ਇਸ ਤਰ੍ਹਾਂ ਦੇ ਹਾਲਾਤ ਵੀ ਮਾਨਸਿਕ ਰੋਗਾਂ ਤੋਂ ਪੀੜਤ, ਜਿਵੇਂ ਡਿਪਰੈਸ਼ਨ ਹੁੰਦੀ ਹੈ, ਡਿਮੈਂਸ਼ੀਆ, ਜਾਂ ਕੋਈ ਹੈ ਨਾ ਜਿਵੇਂ ਕਹ ਲਓ ਬ੍ਰੇਨ ਨਹੀਂ ਡਿਵੈਲਪ ਹੋਇਆ, ਇੰਟੈਲੈਕਚੁਅਲ ਡਿਸੇਬਿਲਿਟੀ ਜਾਂ ਟ੍ਰੈਜਡੀ, ਜਾਂ ਕੋਈ ਇਨਜਸਟਿਸ ਹੋਇਆ ਕਿਸੇ ਨਾਲ, ਜਾਂ ਕੋਈ ਟੌਰਚਰ ਕਰਕੇ, ਜਾਂ ਕੋਈ ਕਿਸੇ ਸਦਮੇ ਕਰਕੇ, ਟ੍ਰੈਜਡੀ ਕਰਕੇ, ਜਾਂ ਕਿਸੇ ਨੇ ਵੀਰਾਨ ਥਾਂ 'ਤੇ ਆਪਣੇ ਪੇਰੈਂਟਸ ਨੂੰ ਛੱਡ ਦਿੱਤਾ ਗਿਆ, ਕਿਸੇ ਦੇ ਮਤਲਬ ਔਲਾਦ ਨਹੀਂ ਹੋਈ, ਕਿਸੇ ਨੇ ਸ਼ਾਦੀ ਨਹੀਂ ਕਰਾਈ, ਬਹੁਤ ਸਾਰੇ ਕਾਰਨਾਂ ਕਰਕੇ ਜਦੋਂ ਇਨਸਾਨ ਬੇਬਸ ਤੇ ਲਾਚਾਰ, ਜਿਹੜੇ ਆਪਣੀ ਸੰਭਾਲ ਤੋਂ ਮੁਹਤਾਜ ਹੋਏ, ਜਿਨ੍ਹਾਂ ਨੂੰ ਕਿ ਸੰਭਾਲ ਦਾ, ਇਲਾਜ ਦਾ ਤੇ ਪੁਨਰਵਾਸ ਦਾ ਮੌਕਾ ਨਹੀਂ ਸੀ ਮਿਲ ਰਿਹਾ, ਉਹਨਾਂ ਦੇ ਲਈ ਪਰਮਾਤਮਾ ਦਾ ਓਟ ਆਸਰਾ ਤੱਕ ਕੇ ਲਗਭਗ 15 ਸਾਲ ਪਹਿਲਾਂ ਫਿਰ ਇਹ 2 ਕਮਰੇ ਕਿਰਾਏ ਤੇ ਲੈ ਕੇ, ਤਾਂ ਕਿ ਉਹਨਾਂ ਨੂੰ ਠੀਕ ਹੋਣ ਦਾ ਮੌਕਾ ਮਿਲ ਸਕੇ, ਸੜਕਾਂ ਤੇ ਰੁਲ ਕੇ ਸਵਾਰਥੀ ਲੋਕਾਂ ਦੇ ਜ਼ੁਲਮਾਂ ਦਾ ਸ਼ਿਕਾਰ ਨਾ ਹੋਣ। ਤੇ ਇਹ ਪ੍ਰਭ ਆਸਰਾ ਸੰਸਥਾ ਜਿਹੜੀ ਹੈ ਜੀ ਇਹ ਸ਼ੁਰੂ ਹੋਈ ਹੈ 15 ਸਾਲ ਤੋਂ, ਲਗਭਗ 15 ਸਾਲ ਹੋ ਗਏ ਹੈ ਜੀ। ਤੇ ਇੱਥੇ ਫਿਰ ਮਤਲਬ ਅਲੱਗ-ਅਲੱਗ ਜਗ੍ਹਾ ਤੋਂ, ਜਿਵੇਂ ਸਾਨੂੰ ਤੁਹਾਨੂੰ ਪਤਾ ਹੀ ਹੈ ਵੀ ਇਹ ਸੋਚ ਕੇ ਤੁਰ ਰਹੇ ਕਿ ਅਸੀਂ ਆਪਣੇ ਘਰ ਨੂੰ ਜਾ ਰਹੇ ਹਾਂ, ਪਰ ਘਰ ਦੇ ਰਸਤੇ ਭੁੱਲ ਗਏ। ਹੁਣ ਜਿਵੇਂ ਬਹੁਤ ਕੇਸ ਹੈਗੇ ਆ, ਇੱਕ ਕੇਸ ਨਹੀਂ ਹੈਗਾ, ਹੁਣ 1870 ਦੇ ਕਰੀਬ, ਮਤਲਬ 70 ਤੋਂ ਵੀ ਉੱਪਰ ਜਿਹੜੇ ਕੇਸ ਸੀ ਸਾਡੇ ਕੋਲ ਅੱਜ ਤੱਕ, ਜਿਨ੍ਹਾਂ ਨੂੰ ਡੀਲ ਕਰਨ ਦਾ ਮੌਕਾ ਮਿਲਿਆ। ਕਿ ਹੁਣ ਜਿਵੇਂ ਸਾਡੇ ਕੋਲ ਉੱਥੋਂ ਲੈ ਕੇ ਪੁਲਿਸ ਵੀ ਲੈ ਕੇ ਪਹੁੰਚਦੀ ਹੈ, ਪ੍ਰਸ਼ਾਸਨ ਜਿਹੜਾ ਹੈਗਾ, ਹੈਲਥ ਡਿਪਾਰਟਮੈਂਟ ਹੈਗਾ, ਸੋਸ਼ਲ ਸਿਕਿਉਰਿਟੀ ਆਫਿਸਰ ਹੈਗੇ ਆ, ਮੈਜਿਸਟਰੇਟ ਸਾਹਿਬ ਤੋਂ, ਕਈ ਵਾਰ ਫਿਰ ਧਾਰਮਿਕ ਕੇਂਦਰਾਂ ਵੱਲੋਂ, ਕਮੇਟੀਆਂ ਵੱਲੋਂ, ਅਲੱਗ-ਅਲੱਗ ਜਗ੍ਹਾ ਤੋਂ, ਜਾਂ ਕੋਈ ਇਹੋ ਜਿਹੇ ਹਾਲਾਤ ਹੁੰਦੇ ਵੀ ਕੋਈ ਹੈਲਪਲਾਈਨ ਤੇ ਨਹੀਂ ਕੋਈ ਉੱਥੇ ਪਹੁੰਚੀ ਹੈਲਪ, ਫਿਰ ਪ੍ਰਭ ਆਸਰਾ ਦੀ ਟੀਮ ਜਾ ਕੇ ਉਹਨੂੰ ਚੱਕ ਕੇ ਲਿਆਉਣਾ। ਜਦੋਂ ਸਾਡੇ ਕੋਲ ਲੈ ਕੇ ਇਸ ਤਰ੍ਹਾਂ ਪਹੁੰਚਦੇ ਆ ਕਈ, ਤੇ ਹੁਣ ਮੈਨੂੰ ਫੋਨ ਕਰ ਰਿਹਾ ਰਾਤ ਨੂੰ 8:30 ਵਜੇ ਸੱਜਣ, ਕਹਿੰਦਾ ਜੀ ਬਾਰਿਸ਼ 3 ਦਿਨ ਤੋਂ ਪੈ ਰਹੀ ਹੈ, 2 ਦਿਨ ਤੋਂ ਮੈਂ ਨਜ਼ਰਅੰਦਾਜ਼ ਕਰਕੇ ਲੰਘ ਰਿਹਾ ਸੀ। ਤੁਸੀਂ ਸੁਣਿਆ ਹੁਣ ਆਖੜ ਤੋਂ ਜਦੋਂ ਆਪਾਂ ਲਾਂਡਰਾਂ ਵੱਲ ਨੂੰ ਜਾਂਦੇ ਰੋਡ ਨੂੰ, ਹਾਂਜੀ, ਇਸ ਏਰੀਏ ਦੀ ਗੱਲ ਹੈ। ਤੇ ਉਹਦੇ ਵਿੱਚ ਕਹਿੰਦਾ ਵੀ ਅੱਜ ਮੇਰੇ ਕੋਲੋਂ ਤੀਜੇ ਦਿਨ, ਕਹਿੰਦਾ ਵੀ ਹੁਣ ਲੰਘਿਆ ਨਹੀਂ ਜਾ ਰਿਹਾ, ਵੀ ਬ੍ਰੇਕ ਲੱਗ ਗਏ, ਕਹਿੰਦਾ ਵੀ ਕਿਉਂਕਿ ਮੇਰੇ ਸਾਹਮਣੇ 2 ਮੌਤਾਂ ਹੋਣਗੀਆਂ, ਮੇਰੇ ਅੰਦਰੋਂ ਆਵਾਜ਼ ਆ ਰਹੀ ਹੈ, ਤੇ ਇੱਕ 22 ਸਾਲ ਦੀ ਔਰਤ ਹੈ, ਪ੍ਰੈਗਨੈਂਟ ਹੈਗੀ ਹੈ।
ਤੇ ਮੈਂ ਕਿਹਾ ਤੁਸੀਂ ਰੁਕੋ ਅਸੀਂ ਪਹੁੰਚ ਰਹੇ ਹਾਂ ਉੱਥੇ। ਕਹਿੰਦਾ ਨਹੀਂ ਮੇਰੇ ਕੋਲ ਗੱਡੀ ਹੈਗੀ, ਮੈਂ ਲਿਆ ਸਕਦਾ। ਮੈਨੂੰ ਨਹੀਂ ਪਤਾ ਲੱਗਦਾ ਮੈਂ ਕਿਹਨੂੰ ਸੰਪਰਕ ਕਰਾਂ। ਕਹਿੰਦਾ ਤੁਹਾਡਾ ਨੰਬਰ ਸੀ ਮੇਰੇ ਕੋਲ, ਕਹਿੰਦਾ ਤੇ ਮੈਂ ਤੁਹਾਨੂੰ ਫੋਨ ਕਰ ਰਿਹਾ ਤੇ ਕਹਿੰਦਾ ਮੈਂ ਹੁਣੇ ਲੈ ਕੇ ਆ ਸਕਦਾ। ਮੈਂ ਕਿਹਾ ਜੀ ਤੁਸੀਂ ਲਿਆਓ, ਤੇ ਲਿਆਂਦਾ ਸੀ। ਉਸੇ ਵੇਲੇ ਜੋ ਉਹਦੀ ਹਾਲਾਤ ਦੇਖੇ, ਤੁਰੰਤ ਉਹਨਾਂ ਨੂੰ ਸਿਵਲ ਹਸਪੀਟਲ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ। 5 ਦਿਨਾਂ ਬਾਅਦ ਬੱਚੇ ਨੇ ਜਨਮ ਲਿਆ ਤੇ ਬੱਚਾ ਬਿਲਕੁਲ ਨਾਰਮਲ। ਮਤਲਬ ਇਸ ਤਰ੍ਹਾਂ ਦੇ ਸਾਡੇ ਸਮਾਜਿਕ ਪਰਿਵਾਰ ਦੇ, ਸਾਡੀਆਂ ਧੀਆਂ ਭੈਣਾਂ, ਸਾਡੇ ਕਹ ਲਓ ਸਮਾਜਿਕ ਪਰਿਵਾਰ ਦੇ ਮੈਂਬਰ ਹੈ। ਜਦੋਂ ਸਾਡੇ ਕੋਲ ਰਾਤ ਨੂੰ ਪੁਲਿਸ ਲੈ ਕੇ ਆਈ ਤੇ ਪਬਲਿਕ ਲੈ ਕੇ ਆਈ ਇੱਕ ਲੜਕੀ ਨੂੰ, ਉਹ ਹੋਰ ਲੜਕੀ ਦੀ ਗੱਲ ਕਰ ਰਿਹਾ ਮੈਂ, ਤਕਰੀਬਨ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਸਾਡੇ ਸਾਥੀ ਹੈਗੇ ਜਿਨ੍ਹਾਂ ਨੂੰ ਅਲੱਗ-ਅਲੱਗ ਜਿਨ੍ਹਾਂ ਦੀ ਹੈ ਨਾ ਵੀ ਸੋਚ ਹੁੰਦੀ ਹੈ। ਉਹਦੇ ਵਿੱਚ ਉਹ ਕਹਿਣ ਲੱਗੇ ਵੀ ਇਸ ਪਾਗਲ ਨੇ ਬੜਾ ਪਰੇਸ਼ਾਨ ਕੀਤਾ। ਮੈਂ ਕਿਹਾ ਵੀ ਇਹ ਪਾਗਲ ਨਹੀਂ, ਪਾਗਲ ਤਾਂ ਅਸੀਂ ਹਾਂ। ਇਹ ਤਾਂ ਇੱਕ ਡਿਪਰੈਸ਼ਨ ਹੈਗੀ ਹੈ। ਕਈ ਵਾਰ ਹਾਲਾਤ ਹੀ ਐਸੇ ਬਣ ਜਾਂਦੇ ਆ ਮਨੁੱਖ ਨੂੰ, ਉਹਦੀ ਮੈਂਟਲ ਹੈਲਥ ਜਿਹੜੀ ਹੈ ਥੋੜੀ ਉਹ ਡਿਸਟਰਬ ਹੋ ਜਾਂਦੀ ਹੈ। ਵੀ ਪਾਗਲ ਤਾਂ ਅਸੀਂ ਹਾਂ ਜਿਹੜੇ ਇਹਨਾਂ ਦੀ ਪ੍ਰੋਬਲਮ ਨੂੰ ਸਮਝ ਨਹੀਂ ਰਹੇ। ਜੇ ਇਹ ਰੁਲ ਰਹੇ ਹੈ, ਲਾਚਾਰ ਅਸੀਂ ਹੈ। ਲਾਚਾਰ ਇਹ ਨਹੀਂ, ਹੁਣ ਬੱਚਾ ਹੈ ਭਾਵੇਂ ਉਹ ਬਜ਼ੁਰਗ ਹੈ, ਉਹਨੂੰ ਤਾਂ ਸਹਾਰੇ ਦੀ ਲੋੜ ਹੈ। ਕੁਦਰਤੀ ਨਿਯਮ ਹੀ ਐਸਾ ਹੈ ਵੀ ਜ਼ਿੰਦਗੀ ਦੇ ਅਖੀਰਲੇ ਸਮੇਂ 'ਚ ਸਟਾਰਟਿੰਗ ਦੇ ਵਿੱਚ ਜਾਂ ਕੋਈ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਪਹੁੰਚ ਜਾਵੇ ਵੀ ਉਹਨੂੰ ਸਹਾਰੇ ਦੀ ਲੋੜ ਹੁੰਦੀ ਹੈ। ਜੇਕਰ ਉਹਨੂੰ ਸਹਾਰਾ ਨਹੀਂ ਦੇ ਪਾ ਰਹੇ ਤਾਂ ਬੇਸਹਾਰਾ ਤੇ ਲਾਚਾਰ ਅਸੀਂ ਹੈ। ਮੈਂ ਕਿਹਾ ਵੀ ਤੁਸੀਂ ਇੱਦਾਂ ਨਾ ਕੋਈ। ਚਲੋ ਕੁੱਲ ਮਿਲਾ ਕੇ ਜੀ ਜਦੋਂ ਅਸੀਂ ਉਹਨਾਂ ਨੂੰ ਦਾਖਲ ਕਰਕੇ ਜਿਹੜੇ ਸਾਡੇ ਸਾਈਕੈਟਰਿਸਟ ਐਂਡ ਟ੍ਰੀਟਮੈਂਟ ਤੇ ਉਸੇ ਵੇਲੇ ਪਾਇਆ, ਕੁਝ ਹੀ ਦਿਨਾਂ ਤੋਂ ਬਾਅਦ ਉਹਨੂੰ ਨਾ ਨੰਬਰ ਯਾਦ ਆਇਆ ਸੀ। ਵਾਰ-ਵਾਰ ਪੁੱਛਦੇ ਰਹਿੰਦੇ ਆ ਕਿ ਤੁਹਾਨੂੰ ਯਾਦ ਆਇਆ ਕੁਝ, ਤੁਸੀਂ ਕਿੱਥੇ ਰਹਿੰਦੇ ਹੋ? ਤੇ ਉਹਨੇ ਇੱਕ ਫੋਨ ਨੰਬਰ ਦਿੱਤਾ, ਬ੍ਰਦਰ ਨੂੰ ਮਿਲਿਆ। ਬ੍ਰਦਰ ਉਸੇ ਵੇਲੇ ਭੱਜਿਆ ਆਇਆ, ਕਹਿੰਦਾ ਵੀ ਕਿੱਦਾਂ ਗਲੇ ਲਾ ਕੇ ਰੋ ਕੇ ਤੇ ਕਿਸ ਤਰੀਕੇ ਨਾਲ ਅਥਰੂ ਵਹਾ ਕੇ ਉਹ ਮਿਲਿਆ, ਉਹ ਤਾਂ ਨਹੀਂ ਦੱਸਿਆ ਜਾ ਸਕਦਾ। ਮੈਂ ਕਿਹਾ ਵੀ ਗੱਲ ਕੀ ਹੋਈ ਹੈ ਵੀ ਤੁਸੀਂ ਇੰਨੇ ਤੁਹਾਡੇ ਕੋਲ ਇਸ਼ਤਿਹਾਰ ਚੱਕੇ ਹੋਏ ਆ ਜਗ੍ਹਾ ਜਗ੍ਹਾ ਤੇ। ਕਹਿੰਦਾ ਮੈਂ ਜਗ੍ਹਾ ਤੇ ਲਗਾ ਕੇ ਲੱਭ ਰਿਹਾ ਪੁਲਿਸ ਦੀ ਰਿਪੋਰਟ ਜਿਹੜੀ ਹੈਗੀ, ਅਖਬਾਰਾਂ ਦੀਆਂ ਕਟਿੰਗ। ਤੇ ਮੈਂ ਕਿਹਾ ਗੱਲ ਕੀ ਹੋਈ ਸੀ? ਕਹਿੰਦੇ ਵੀ ਮਦਰ ਦੀ ਅਚਨਚੇਤ ਡੈਥ ਹੋ ਗਈ ਤੇ ਇਹ ਬਰਦਾਸ਼ਤ ਨਹੀਂ ਕਰ ਸਕੀ। ਅਚਨਚੇਤ ਡੈਥ ਸੀ ਵੀ ਇਹਦਾ ਪਿਆਰ ਬਹੁਤ ਸੀ ਮਾਂ ਨਾਲ, ਤੇ ਕਾਲਜ ਗਈ ਹੈ ਕਹਿੰਦੇ ਪਰ ਵਾਪਸ ਨਹੀਂ ਆਈ। ਉਸ ਦਿਨ ਦਾ ਹੀ ਮੈਂ ਲੱਭ ਰਿਹਾ ਹੈਗਾ, ਰੋਜ਼ ਨਿਕਲ ਰਿਹਾ ਬਾਹਰ ਤੇ ਮੈਨੂੰ ਅੱਜ ਤੱਕ ਨਹੀਂ ਮਤਲਬ ਹੈ ਨਾ ਪਤਾ ਲੱਗ ਸਕਿਆ। ਤੇ ਮੈਂ ਕਿਹਾ ਕਾਰ ਉੱਥੇ ਕਰਦੀ ਕੀ ਹੈ ਕਾਲਜ ਦੇ ਵਿੱਚ? ਕਹਿੰਦੇ ਵੀ ਇਹਨੇ MSc ਜੂਲੋਜੀ ਕੀਤੀ ਹੈ, ਹੁਣੇ ਲੈਕਚਰਰ ਲੱਗੀ ਸੀ ਅਜੇ। ਇਹ ਸੋਚ ਕੇ ਜਦੋਂ ਉਹਦੇ ਨਾਲ ਗੱਲ ਹੋਈ ਤੇ ਇਹ ਸੋਚ ਕੇ ਤੁਰਦੀ ਰਹੀ ਕਿ ਮੈਂ ਆਪਣੇ ਘਰ ਨੂੰ ਜਾ ਰਹੀ ਹਾਂ, ਪਰ ਘਰ ਦਾ ਪਤਾ ਨਹੀਂ। ਕਿਸੇ ਨੂੰ ਤਰਸ ਆਉਂਦਾ ਸੀ, ਕੋਈ ਕੱਪੜਾ ਦੇ ਦਿੰਦਾ ਸੀ, ਕਿਸੇ ਨੂੰ ਤਰਸ ਆਉਂਦਾ ਸੀ, ਕੋਈ ਰੋਟੀ ਖਿਲਾ ਦਿੰਦਾ ਸੀ। ਐਸੇ ਬਹੁਤ ਸਾਰੇ ਨਾਗਰਿਕ ਹਨ ਜਿਨ੍ਹਾਂ ਦੀ ਇਹੀ ਸਟੇਟਮੈਂਟ ਸਾਨੂੰ ਮਿਲੀ ਹੈ ਕਿ ਜਦੋਂ ਮੇਰੇ ਕੱਪੜੇ ਕਾਲੇ ਹੋ ਜਾਂਦੇ ਸੀ, ਮੈਨੂੰ ਕੋਈ ਕੱਪੜੇ ਦੇ ਦਿੰਦਾ ਸੀ, ਮੈਨੂੰ ਭੁੱਖ ਲੱਗਦੀ ਸੀ, ਮੈਂ ਜਗ੍ਹਾ ਤੇ ਮੰਗਦਾ ਸੀ, ਕਈ ਵਾਰ ਹੋਟਲ ਤੇ ਮੰਗਦਾ ਸੀ, ਕਿ ਮੇਰੇ ਕੋਲ ਬਰਤਨ ਵੀ ਆਉਂਦੇ ਰਹਿੰਦੇ ਸੀ, ਮੈਨੂੰ ਇਗਨੋਰ ਕਰ ਦਿੰਦੇ ਸੀ, ਮੈਂ ਅੱਗੇ ਨਿਕਲ ਜਾਂਦਾ ਸੀ। ਯਾਨੀ ਇਹ ਨਾਗਰਿਕ ਸਾਡੇ ਵੱਡੀ ਗਿਣਤੀ ਦੇ ਵਿੱਚ, ਕਈ ਵਾਰ ਪ੍ਰੈਗਨੈਂਟ ਲੇਡੀਜ਼ ਐਂ ਡਿਪਰੈਸ਼ਨ ਤੋਂ ਪੀੜਤ ਤਾਂ ਸਾਡੇ ਕੋਲ ਆ ਕੇ ਬੱਚਿਆਂ ਨੂੰ ਜਨਮ ਦਿੰਦੀਆਂ, ਕਈ ਵਾਰ ਕੋਈ ਕ੍ਰੈਡਲ ਦੇ ਵਿੱਚ ਆ ਗਿਆ, ਬਜ਼ੁਰਗ ਹੈਗੇ ਆ ਨਾ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਵੱਲੋਂ ਵੀ ਇਸ ਤਰ੍ਹਾਂ ਦੀ। ਮਤਲਬ ਇਹ ਪਰਿਵਾਰ ਜਿਹੜਾ ਹੈਗਾ ਨਾ ਇੱਕ ਸਰਬ ਸਾਂਝਾ ਪਰਿਵਾਰ ਹੈ, ਜਿੱਥੇ ਡੈਫ ਐਂਡ ਡੰਬ ਬੱਚਾ ਵੀ ਮਿਲ ਜਾਏਗਾ, ਬਲਾਈਂਡ ਬੱਚਾ ਵੀ ਮਿਲੇਗਾ, ਇੰਟੈਲੈਕਚੁਅਲ ਪ੍ਰੋਬਲਮਸ ਦਾ ਬੱਚਾ ਜਿਹੜਾ ਉਹ ਵੀ ਮਿਲ, ਜਦੋਂ ਕਿ ਇਹਨਾਂ ਲਈ ਕਮਿਊਨਿਟੀ ਹੋਮ ਅਲੱਗ ਹੁੰਦੇ ਆ। ਜਿਹੜਾ ਨਾਰੀ ਨਿਕੇਤਨ ਵਾਲੇ ਆ ਉਹ ਵੀ ਇੱਥੇ ਮਿਲ ਜਾਣਗੇ, ਜਿਹੜੇ ਕਿ ਲਾਈਕ ਮੈਂਟਲ ਹਸਪੀਟਲ ਦੇ ਕੇਸ ਹੈ, ਮੈਂਟਲ ਇਲਨੈਸ ਵਾਲੇ ਹੈਗੇ ਆ, ਉਹ ਵੀ ਮਿਲ ਜਾਣਗੇ। ਜਿਹੜਾ ਹੁਣ ਕੱਲ੍ਹ ਵੀ ਸਾਡੇ ਕੋਲ ਦਾਖਲ ਹੋਇਆ ਇੱਕ ਸੱਜਣ, ਤੇ ਉਹਦੇ ਵਿੱਚ ਵੀ ਮੈਂਟਲੀ ਜਿਹੜੀ ਸੀ ਇਹ ਪ੍ਰੋਬਲਮ ਹੈਗੀ ਹੈ ਕਿ ਡਿਪਰੈਸ਼ਨ ਕਰਕੇ ਆਪਣੇ ਘਰ ਦਾ ਰਸਤਾ ਭੁੱਲ ਗਿਆ। ਹੁਣ ਉਹਨੂੰ ਵੀ ਅਲੱਗ ਆਈਸੋਲੇਟ ਕੀਤਾ ਹੋਇਆ, ਕਿਉਂਕਿ ਅੱਜ ਦਾ ਜੋ ਮਾਹੌਲ ਹੈ ਨਾ ਵਾਇਰਸ ਕਰਕੇ, ਇਹਦੇ ਵਿੱਚ ਸਾਵਧਾਨੀ ਜਿਹੜੀ ਹੈਗੀ ਉਹ ਸਪੈਸ਼ਲ ਵਰਤਣੀ ਪੈ ਰਹੀ ਹੈ। ਕਿਉਂਕਿ ਇੱਥੇ ਤਾਂ ਪਹਿਲਾਂ ਹੀ ਇੰਨਾ ਜ਼ਿਆਦਾ ਰਸ਼ ਹੈ ਵੀ ਜਿਹੜੇ ਕਿ ਇੱਕ ਬੈੱਡ ਦੇ ਉੱਤੇ ਸਾਨੂੰ ਕਈ ਵਾਰ ਮਜਬੂਰੀ ਹੈ ਸਾਡੀ ਕਿ ਸਾਨੂੰ ਮਤਲਬ ਜਿਹੜਾ ਸੀ ਉੱਤੇ ਦੋ ਮੈਂਬਰ ਸ਼ੇਅਰ ਕਰਦੇ ਸੀ। ਟੈਂਪਰੇਰੀ ਅਰੇਂਜਮੈਂਟ ਵੀ ਕੀਤਾ, ਕੋਸ਼ਿਸ਼ ਕਰ ਰਹੇ ਹਾਂ ਵੀ ਕਿਸੇ ਤਰੀਕੇ ਨਾਲ ਸਮਾਜ ਜਿਹੜਾ ਹੈਗਾ ਇਸ ਦੇ ਵਿੱਚ ਨਾਗਰਿਕ ਜਿਹੜਾ ਹੈਗਾ ਜਲਦੀ ਠੀਕ ਹੋ ਕੇ ਦੁਬਾਰਾ ਆਦਰ ਸਤਿਕਾਰ ਵਾਲੀ ਜ਼ਿੰਦਗੀ ਜੀ ਸਕੇ। ਬਿਲਕੁਲ ਹਾਂਜੀ, ਇਹ ਕੋਸ਼ਿਸ਼। ਜਿਵੇਂ ਕਿ ਕਰੋਨਾ ਵਾਇਰਸ ਦੇ ਚੱਲਦੇ ਆ ਅਸੀਂ ਦੇਖਿਆ ਵੀ ਸਮਾਨ ਵੀ ਤੁਸੀਂ ਤਿਆਰ ਕਰਕੇ ਕਿੱਟਾਂ ਰੱਖੀਆਂ ਹੋਈਆਂ ਨੇ, ਇਹ ਉਹਨਾਂ ਲੋਕਾਂ ਤਾਈਂ ਤੁਸੀਂ ਪਹੁੰਚਾਉਂਦੇ ਹੋ ਜਿਨ੍ਹਾਂ ਨੂੰ ਜ਼ਰੂਰਤ ਹੈ। ਹਾਂਜੀ, ਜਦੋਂ ਸਾਡੇ ਕੋਲ ਚੱਲ ਕੇ ਬਜ਼ੁਰਗ ਮਾਤਾ ਇੱਕ ਨਹੀਂ ਕਈ, ਹਾਂਜੀ 80 ਸਾਲ ਉਮਰ, ਕਿਸੇ ਦੀ 70 ਸਾਲ ਉਮਰ, ਮੈਂ ਕਿਹਾ ਤੁਸੀਂ ਇਹੋ ਜਿਹੇ ਕਰਫਿਊ ਦੇ ਮਾਹੌਲ ਦੇ ਵਿੱਚ ਕਿੱਦਾਂ? ਕਹਿੰਦੀ ਜਦੋਂ ਅੰਦਰ ਕਹਿੰਦੀ ਵੀ ਭੁੱਖ ਲੱਗੀ ਹੋਵੇ, ਬੱਚੇ ਸਾਹਮਣੇ ਰੋ ਰਹੇ ਹੋਣ, ਸਿਰ ਤੇ ਘਰ ਵਾਲਾ ਨਹੀਂ ਹੈਗਾ, ਇਨਕਮ ਦਾ ਸਾਧਨ ਕੋਈ ਨਹੀਂ ਹੈਗਾ, ਤੇ ਸਾਰੇ ਪਾਸਿਓਂ ਹੱਥ ਖੜੇ ਹੈ, ਤੇ ਕਹਿੰਦੀ ਫਿਰ ਅੰਦਰ ਬੈਠਿਆ ਨਹੀਂ ਜਾਂਦਾ। ਫਿਰ ਜਦੋਂ ਇੱਥੇ ਆ ਕੇ ਵਿਚਾਰੇ ਇੱਦਾਂ ਦੀਆਂ ਗੱਲਾਂ ਦੱਸਦੇ ਆ, ਫਿਰ ਮਨ ਦੇ ਵਿੱਚ ਆਉਂਦਾ ਵੀ ਸਾਡੇ ਸਾਹਮਣੇ ਸਾਡੇ ਪਰਿਵਾਰ ਦੇ, ਸਾਡੇ ਸਮਾਜਿਕ ਪਰਿਵਾਰ ਦੇ ਮੈਂਬਰ, ਸਾਡੇ ਬਜ਼ੁਰਗ, ਸਾਡੇ ਬੱਚੇ, ਸਾਡੇ ਭੈਣ ਭਰਾ ਜਿਹੜੇ ਹੈ ਵੀ ਉਹਨਾਂ ਨੂੰ ਜਿਹੜੀ ਇਹ ਭੁੱਖ ਦੀ ਜਿਹੜੀ ਅੰਦਰ ਐਡੀ ਵੱਡੀ ਕਹਿ ਲਓ ਵੀ ਇੱਕ ਲੋੜ ਉਹਨਾਂ ਦੀ ਜੇ ਨਾ ਪੂਰੀ ਹੋਈ ਤੇ ਉਹ ਅੰਦਰ ਕਿੱਦਾਂ ਰਹਿਣਗੇ? ਜਿੱਥੇ ਸਾਨੂੰ ਅੰਦਰ ਰਹਿਣ ਦੀ ਲੋੜ ਹੈ ਨਾ, ਲਾਕਡਾਊਨ ਜਿਹੜਾ ਹੈਗਾ ਜਿੱਥੇ ਉਹਨੂੰ ਸਫਲ ਬਣਾਉਣਾ ਹੈ, ਤਾਂ ਉਹਦੇ ਨਾਲ ਨਾਲ ਇਹ ਜਿਹੜਾ ਲਾਕਡਾਊਨ ਨਹੀਂ ਨਾ ਹੋ ਰਿਹਾ ਸਿਸਟਮ, ਜਿਹੜਾ ਭੁੱਖ ਹੈ, ਜਿਹੜੀ ਦਵਾਈ ਹੈ, ਹੁਣ ਦਵਾਈ ਤੋਂ ਬਿਨਾਂ ਜਦੋਂ ਸਾਡੇ ਕੋਲ ਪਹੁੰਚੇ, ਉਹ ਪੰਚਾਇਤ ਨੇ ਲਿਖ ਕੇ ਦੇ ਦਿੱਤਾ ਕਿ ਸਾਡੇ ਕੋਲ ਕੋਈ ਫੰਡ ਨਹੀਂ ਹੈ। ਉਹ ਕਹਿੰਦੀ ਵਿਚਾਰੀ ਔਰਤ ਤੇ ਨਾਲ ਉਹਦੇ ਘਰ ਵਾਲਾ ਵੀ ਅਸੀਂ ਕਮਾਉਂਦੇ ਸੀ ਡੇਲੀ ਤੇ ਆਪਣਾ ਇੰਜੈਕਸ਼ਨ ਲਵਾ ਲੈਂਦੇ ਸੀ, 1000 ਰੁਪਏ ਦਾ ਇੰਜੈਕਸ਼ਨ ਆਉਂਦਾ ਇਹ, ਪਰ ਅੱਜ ਸਾਡੇ ਹੱਥ ਖੜੇ ਹੋਏ ਆ ਕਿਉਂਕਿ ਕੰਮ ਬੰਦ ਪਏ ਆ, ਤੇ ਅਸੀਂ ਇਹ ਦਵਾਈ ਤੋਂ ਬਿਨਾਂ ਕਿਵੇਂ ਸਾਰੀਏ? ਤੇ ਉਹ ਸਾਨੂੰ ਪਤਾ ਲੱਗ ਨਹੀਂ ਰਿਹਾ। ਦਵਾਈ ਸਾਨੂੰ ਕਹਿੰਦੇ ਵੀ ਸਟੋਰ ਤੇ ਗਏ ਆ, ਸਟੋਰ ਵਾਲਾ ਕਹਿੰਦਾ ਵੀ ਸਾਨੂੰ ਪੈਸੇ ਦੋਗੇ ਤਾਂ ਹੀ ਦਵਾਈ ਦੇਵਾਂਗੇ।
ਤੇ ਫਿਰ ਜਾਣੀ ਕਹਿਣ ਦਾ ਮਤਲਬ ਇਹੋ ਜਿਹੇ ਕੇਸ ਉਹਨਾਂ ਨੂੰ ਫਿਰ ਇੱਥੋਂ ਮਤਲਬ ਜਿੰਨੇ ਦਾ ਉਹਦਾ ਇੰਜੈਕਸ਼ਨ ਆਉਂਦਾ ਸੀ ਉਨੀ ਕੁ ਉਹਦੀ ਜਾਣੀ ਇਦਾਂ ਦੇ ਕਿੰਨੇ ਕੁ ਲੋਕ ਸਾਡੇ ਦੇਸ਼ ਦੇ ਨਾਗਰਿਕ ਹੋਣਗੇ ਜਿਹੜਾ ਕਿ ਇਸ ਵੇਲੇ ਚਿੰਤਨ ਦਾ ਵਿਸ਼ਾ ਹੈ ਵੀ ਜਿੱਥੇ ਉਹਨਾਂ ਨੂੰ ਘਰਾਂ ਦੇ ਵਿੱਚ ਰੱਖਣਾ ਸੀ ਤੇ ਨਾਲ ਦੀ ਨਾਲ ਫਿਰ ਉਹਨਾਂ ਦੀਆਂ ਖਾਣ ਪੀਣ ਤੋਂ ਦਵਾਈਆਂ ਦੀਆਂ ਬਹੁਤ ਸਾਰੀਆਂ ਪ੍ਰੋਬਲਮ ਹੈ। ਹੁਣ ਅੱਜ ਸਵੇਰੇ ਫੋਨ ਆ ਰਿਹਾ ਸੀ ਕਿ ਕਿਡਨੀ ਦੀ ਪ੍ਰੋਬਲਮ ਹੈਗੀ ਹੈ, ਕਿਸੇ ਨੂੰ ਲੰਗਸ ਦੀ ਪ੍ਰੋਬਲਮ ਹੈਗੀ, ਉਹਨੂੰ ਆਕਸੀਜਨ ਪ੍ਰੋਬਲਮ ਹੈਗੀ, ਸਿਲੰਡਰ ਚਾਹੀਦਾ ਹੈਗਾ, ਉੱਥੇ ਆਕਸੀਜਨ ਕਨਸਨਟ੍ਰੇਟਰ ਚਾਹੀਦਾ ਹੈਗਾ। ਹਸਪੀਟਲ ਦੇ ਵਿੱਚ ਉਹਨੂੰ ਜਗ੍ਹਾ ਨਹੀਂ ਹੈਗੀ ਕਿਉਂਕਿ ਉੱਥੇ ਕਹਿੰਦੇ ਵੀ ਇਫੈਕਟਡ ਕੇਸ ਰੱਖੇ ਜਾਂਦੇ ਆ। ਉਹਨਾਂ ਨੂੰ ਹੁਣ ਤੁਸੀਂ ਛੁੱਟੀ ਘਰ ਕਰਨੀ ਹੈਗੀ ਹੈ ਤੇ ਉਹਨੂੰ ਉਹ ਪ੍ਰੋਵਾਈਡ ਕਰਨਾ ਸਾਰਾ ਸਮਾਨ ਜਿਹਦੇ ਉੱਤੇ ਉਹਦੀ ਜ਼ਿੰਦਗੀ ਨਿਰਭਰ ਕਰਦੀ ਹੈ। ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਪੈਰਲਲ ਜਿਵੇਂ ਗਵਰਨਮੈਂਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਮੈਨੂੰ ਲੱਗਦਾ ਇਹਦੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਹੋਰ ਵੀ ਲੋੜ ਹੈ। ਬਹੁਤ ਸਾਰੇ ਕੇਸ ਸਾਡੇ ਸਾਹਮਣੇ ਆਏ ਹਨ ਜਿਹੜੇ ਕਿ ਡਿਸਚਾਰਜ ਹੋ ਗਏ ਹੈ। ਉਹ ਡਿਸਚਾਰਜ ਇਸ ਕਰਕੇ ਹੋ ਗਏ ਕਿਉਂਕਿ ਉੱਥੇ ਕਰੋਨਾ ਕਰਕੇ ਉਹਨਾਂ ਨੇ ਤਿਆਰੀ ਕੀਤੀ ਹਸਪੀਟਲਾਂ ਦੇ ਵਿੱਚ, ਪਰ ਪੈਰਲਲ ਹੀ ਭਾਵੇਂ ਉਹ ਡਿਸਪੈਂਸਰੀ ਹੈ, ਪ੍ਰਾਇਮਰੀ ਹੈਲਥ ਸੈਂਟਰ ਹੈ, ਉਹਨਾਂ ਦੇ ਵਿੱਚ ਦੂਜੇ ਨਾਗਰਿਕ ਜਿਹੜੇ ਹੈਗੇ ਆ ਉਹਨਾਂ ਦੇ ਲਈ ਕੁਛ ਨਾ ਕੁਛ ਅਰੇਂਜਮੈਂਟ ਕਰਨਾ ਜ਼ਰੂਰੀ ਕਿਉਂਕਿ ਘਰ ਦੇ ਵਿੱਚ ਉਹਨਾਂ ਅਰੇਂਜਮੈਂਟ ਨਹੀਂ ਹੁੰਦਾ ਕਿ ਉਹ ਸੀਰੀਅਸ ਮਰੀਜ਼ ਨੂੰ ਸੰਭਾਲ ਸਕਣ, ਜਿਸ ਕਰਕੇ ਕਈਆਂ ਦਾ ਨੁਕਸਾਨ ਹੋਣ ਦੀ ਵੀ ਖਬਰਾਂ ਮਿਲੀਆਂ ਹੈ। ਤੇ ਇਹ ਨਾਲ ਦੀ ਨਾਲ ਮਤਲਬ ਜਿਹੜੀਆਂ ਦੂਜੀਆਂ ਬਿਮਾਰੀਆਂ ਹੈਗੀਆਂ ਆਲਰੇਡੀ ਜਿਨ੍ਹਾਂ 'ਚ ਹਸਪਤਾਲ ਭਰੇ ਹੋਏ ਸੀ, ਜੇ ਪਹਿਲਾਂ ਹੀ ਵਿਚਾਰਿਆਂ ਨੂੰ ਵੈਂਟੀਲੇਟਰ ਵਗੈਰਾ ਦੀ ਵੀ ਮੁਸ਼ਕਲ ਆਉਂਦੀ ਸੀ, ਉਹ ਇੰਨੇ ਵੱਡੇ ਪੱਧਰ ਤੇ ਜਿਹੜੇ ਕੇਸ ਹੈਗੇ ਆ ਉਹਨਾਂ ਦੇ ਲਈ ਲੋੜ ਅਨੁਸਾਰ ਹੋਰ ਅਜੇ ਜੇ ਕੀਤਾ ਹੈ ਤਾਂ ਠੀਕ ਹੈ ਤੇ ਲੋੜ ਅਨੁਸਾਰ ਉੱਥੇ ਪ੍ਰਬੰਧ ਕਰਨ ਦੀ ਵੱਡੀ ਲੋੜ ਹੈ। ਇਹ ਨਾ ਹੋਵੇ ਵੀ ਕਰੋਨਾ ਕਰਕੇ ਹੋਰ ਬਿਮਾਰੀਆਂ ਤੋਂ ਮਰਨ ਵਾਲਿਆਂ ਦੀ ਗਿਣਤੀ ਵੱਧ ਜਾਵੇ, ਭੁੱਖ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਜਾਵੇ, ਜਾਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਤੇ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਨਾਲ ਦੀ ਨਾਲ ਇਹਨਾਂ ਦੇ ਉੱਤੇ ਵਿਸ਼ੇਸ਼ ਕੰਮ ਕਰਨ ਦੀ ਲੋੜ ਹੈ। ਜਿਹੜੇ ਡਿਪਰੈਸ਼ਨ ਦੇ ਕੇਸ ਹੈ ਖਾਸ ਕਰਕੇ ਮੈਂ ਉਹਦੇ ਬਾਰੇ ਵੀ ਬੇਨਤੀ ਕਰਨੀ ਚਾਹੁੰਦਾ। ਸਾਡੇ ਇਲਨੈਸ ਦਾ ਰੇਟ ਬਹੁਤ ਜ਼ਿਆਦਾ ਹੈ, ਡਿਪਰੈਸ਼ਨ ਰੇਟ ਬਹੁਤ ਜ਼ਿਆਦਾ ਹੈ ਤੇ ਜਿਹੜਾ ਹੈਗਾ ਜਿਵੇਂ ਘਰ ਦੇ ਰਸਤੇ ਭੁੱਲ ਜਾਂਦੇ ਆ, ਬਜ਼ੁਰਗ ਹੈ ਭਾਵੇਂ ਕਈ ਵਾਰ ਨੌਜਵਾਨ ਵੀ ਭੁੱਲ ਜਾਂਦੇ ਆ, ਲੜਕੀਆਂ ਹੈ, ਔਰਤਾਂ ਹੈ ਨਾ, ਵੀ ਉਹ ਜਿਹੜੀਆਂ ਘਰ ਦੇ ਰਸਤੇ ਭੁੱਲ ਗਈਆਂ ਸੜਕਾਂ ਤੇ। ਇੱਕ ਜਿਹੜੇ ਸਾਨੂੰ ਫੋਨ ਆ ਰਹੇ ਆ ਵੀ ਘਰ ਦੇ ਵਿੱਚੋਂ ਹਾਈਪਰ ਉਹ ਵਿਚਾਰਾ ਡਿਸਟਰਕਟਿਵ ਬਿਹੇਵੀਅਰ ਹੈ, ਉਹਨੇ ਤੋੜ ਭੰਨ ਕੀਤੀ, ਘਰ ਤੋਂ ਬਾਹਰ ਨਿਕਲ ਗਿਆ। ਹੁਣ ਉਹਨੂੰ ਕੌਣ ਉੱਥੇ ਹੈਂਡਲ ਕਰੂਗਾ? ਘਰਦਿਆਂ ਤੋਂ ਹੈਂਡਲ ਨਹੀਂ ਹੋ ਰਿਹਾ। ਇੱਕ ਇੰਨਾ ਲੰਮਾ ਨਿਕਲ ਗਿਆ, ਹੁਣ ਸੜਕਾਂ ਤੇ ਤੁਰ ਰਿਹਾ, ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਮੇਰਾ ਘਰ ਕਿੱਥੇ ਹੈ, ਜਾਣਾ ਕਿੱਥੇ ਹੈ। ਇਹ ਸੋਚ ਕੇ ਤੁਰੀ ਜਾ ਰਿਹਾ ਵੀ ਮੈਂ ਆਪਣੇ ਕੋਲ ਜਾ ਰਿਹਾ, ਪਰ ਆਪਣੇ ਦਾ ਰਸਤਾ ਭੁੱਲ ਗਿਆ ਹੈ ਨਾ, ਘਰ ਦਾ ਰਸਤਾ ਭੁੱਲ ਗਿਆ। ਹੁਣ ਉਹ ਨਾਗਰਿਕ ਜਿਹੜੇ ਹੈਗੇ ਆ ਉਹਨਾਂ ਨੂੰ ਸੰਭਾਲਣਾ ਵੀ ਬਹੁਤ ਜ਼ਰੂਰੀ ਹੈ। ਅਗਰ ਬਾਈ ਚਾਂਸ ਕਿਤੇ ਐਸੀ ਗੱਲ ਹੋ ਗਈ ਕਿ ਉਹ ਵੀ ਅਫੈਕਟਡ ਹੋ ਗਿਆ ਤੇ ਉਹ ਅਫੈਕਟਡ ਬੰਦਾ ਜਿਹੜਾ ਹੈਗਾ ਉਹ ਜਿੱਥੇ ਜਿੱਥੇ ਵੀ ਘੁੰਮਦਾ ਜਾ ਰਿਹਾ ਹੈਗਾ ਤੇ ਉੱਥੇ ਫਿਰ ਸਾਨੂੰ ਇਹ ਜਿਹੜਾ ਸੰਘਰਸ਼ ਹੈ, ਜਿਹੜਾ ਜੰਗ ਜਿਹੜੀ ਹੁਣ ਅਸੀਂ ਇਸ ਵੇਲੇ ਲੜ ਰਹੇ ਹਾਂ ਜ਼ਿੰਦਗੀਆਂ ਨੂੰ ਬਚਾਉਣ ਦੀ, ਉਹਦੇ ਵਿੱਚ ਮੈਨੂੰ ਲੱਗਦਾ ਵੀ ਇਹਨੂੰ ਜੇ ਨਜ਼ਰਅੰਦਾਜ਼ ਕਰਾਂਗੇ ਤਾਂ ਇਹ ਜੰਗ ਲੜਨੀ, ਇਹਦੇ ਵਿੱਚ ਸਫਲਤਾ ਪ੍ਰਾਪਤ ਕਰਨੀ, ਜਿੱਤ ਪ੍ਰਾਪਤ ਕਰਨੀ ਮੁਸ਼ਕਲ ਹੋ ਸਕਦੀ ਹੈ। ਤੇ ਜਿਹੜੀਆਂ ਕੁਝ ਡਿਸਪੈਂਸਰੀਆਂ ਇਦਾਂ ਦੀਆਂ ਹੈਗੀਆਂ ਜਾਂ ਕੁਝ ਐਸਾ ਅਰੇਂਜਮੈਂਟ ਕਰ ਲੈਣਾ ਚਾਹੀਦਾ ਹੈ ਜਿਨ੍ਹਾਂ ਦੇ ਵਿੱਚ ਮਤਲਬ ਉਹ ਕਰੋਨਾ ਵਾਲੇ ਕੇਸ ਨਹੀਂ ਲੈਣੇ, ਪਰ ਉਹਦੇ 'ਚ ਡਿਪਰੈਸ਼ਨ ਵਾਲੇ, ਉਹਦੇ ਜਿਹੜੇ ਮਾਨਸਿਕ ਹਾਲਤ ਇਹਨਾਂ ਦੀ ਠੀਕ ਨਹੀਂ ਹੈ, ਜਿਨ੍ਹਾਂ ਲਈ ਥੋੜਾ ਜਿਹਾ ਲੋੜੀਂਦਾ ਸਪੈਸ਼ਲ ਅਰੇਂਜਮੈਂਟ ਕਰਨ ਦੀ ਲੋੜ ਹੁੰਦੀ ਹੈ, ਉਹ ਮੈਨੂੰ ਲੱਗਦਾ ਵੀ ਉੱਥੇ ਕਰਨਾ ਚਾਹੀਦਾ ਹੈ, ਜ਼ਰੂਰੀ ਹੈ। ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਬੜਾ ਔਖਾ ਹੈਗਾ ਇਹ ਸੰਘਰਸ਼ ਜਿਹੜਾ ਹੈਗਾ, ਇਹਦੇ ਵਿੱਚ ਕੰਮ ਕਰਨਾ ਬੜਾ ਔਖਾ ਹੈਗਾ। ਤੇ ਨਾਲ ਦੀ ਨਾਲ ਜਿਹੜੀਆਂ ਸੰਸਥਾਵਾਂ ਹੈਗੀਆਂ, ਜਿਹੜੇ ਧਾਰਮਿਕ ਕੇਂਦਰ ਹੈਗੇ ਤੇ ਸਮਾਜਿਕ ਸੰਸਥਾਵਾਂ ਹੈਗੀਆਂ ਸਾਡੇ ਵਰਗੀਆਂ, ਹੋਰ ਬਹੁਤ ਵੱਡੇ ਪੱਧਰ ਤੇ ਕੰਮ ਕਰਨ ਵਾਲੀਆਂ ਸੋਸ਼ਲ ਵਰਕਰ ਬਹੁਤ ਹੈਗੀਆਂ ਸਾਡੇ, ਉਹਨਾਂ ਦੇ ਨਾਲ ਤਾਲਮੇਲ ਬਣਾ ਕੇ ਉਹਨਾਂ ਨੂੰ ਸਰਕਾਰ ਨੂੰ ਆਪਣੇ ਦੇ ਵਿੱਚ ਜਿੱਥੇ ਮਤਲਬ ਕਹਿ ਲਓ ਵੀ ਇੱਕ ਨਾਗਰਿਕ ਦੀਆਂ ਜਿਹੜੀਆਂ ਜ਼ਿੰਦਗੀ ਜਿਨ੍ਹਾਂ ਤੇ ਨਿਰਭਰ ਹੈਗੀ ਉਹ ਲੋੜਾਂ ਪੂਰੀਆਂ ਕਰਨ ਦੇ ਲਈ ਉਹਨਾਂ ਨੂੰ ਨਾਲ ਜੋੜ ਕੇ ਕੰਮ ਕਰਨ ਦੀ ਲੋੜ ਹੈਗੀ ਹੈ। ਕਿਉਂਕਿ ਸਾਨੂੰ ਬੜਾ ਕਲੀਅਰ ਹੋਣਾ ਚਾਹੀਦਾ ਇਹ ਨਵੇਂ ਤਰ੍ਹਾਂ ਦੇ ਹਾਲਾਤ ਹੈਗੇ, ਸਾਡੀ ਜਜਮੈਂਟ ਨਹੀਂ ਸੀ ਕਿਸੇ ਦੀ ਵੀ ਇੱਦਾਂ ਦੀ ਸਰਕਾਰਾਂ ਦੀ। ਇਸ ਕਰਕੇ ਇਹਨਾਂ ਨਾਲ ਨਜਿੱਠਣ ਦੇ ਲਈ ਸਾਨੂੰ ਸਾਰੇ ਸਮਾਜ ਦੇ ਵਿੱਚ ਜਿੰਨੇ ਵੀ ਸਾਡੇ ਸਾਥੀ ਹੈਗੇ ਆ ਇੱਕ ਦੂਜੇ ਦੀ ਹੈਲਪ ਦੀ ਲੋੜ ਹੈਗੀ ਹੈ। ਕਈਆਂ ਦੀ ਆਰਥਿਕ ਹਾਲਤ ਜ਼ਿਆਦਾ ਕਮਜ਼ੋਰ ਹੈ, ਰੋਜ਼ ਕਮਾਉਂਦੇ ਸੀ, ਰੋਜ਼ ਖਾਂਦੇ ਸੀ। ਬਿਲਕੁਲ ਜੀ, ਜ਼ਿਆਦਾ ਕਰਤਾ ਜਿਹੜਾ ਮਿਡਲ ਕਲਾਸ ਲੋਕ ਆ, ਜਿਹੜੇ ਦਿਹਾੜੀਦਾਰ ਲੋਕ ਆ, ਜਿਹੜਾ ਉਹ ਕਮਾਉਣਾ ਰੋਜ਼ ਹੀ ਖਾਣਾ, ਉਹਨਾਂ ਲਈ ਬਹੁਤ ਵੱਡਾ ਫੇਰ ਵੀ ਵਿਚਾਰੇ ਸੰਘਰਸ਼ ਕਰਦੇ ਸੀ ਦਵਾਈਆਂ ਦੇ ਲਈ, ਫੇਰ ਵੀ ਸੰਘਰਸ਼ ਕਰਦੇ ਸੀ ਹੈ ਨਾ ਉਹਨਾਂ ਲੋੜਾਂ ਦੇ ਲਈ। ਹੁਣ ਜੇ 1 ਮਹੀਨੇ ਤੋਂ ਉਹਨਾਂ ਨੂੰ ਕੰਮ ਨਹੀਂ ਮਿਲਿਆ ਤੇ ਉਹਨਾਂ ਦੀਆਂ ਲੋੜਾਂ ਜਿਹੜੀਆਂ ਹੈਗੀਆਂ ਉਹ ਪੂਰੀਆਂ ਕਿੱਦਾਂ ਹੋਣਗੀਆਂ? ਉਹ ਪਰੇਸ਼ਾਨ ਹੋਣਗੇ। ਤੁਹਾਨੂੰ ਪਤਾ ਜਦੋਂ ਭੁੱਖ ਦੀ ਅੱਗ ਲੱਗਦੀ ਹੈ ਤੇ ਫਿਰ ਉਹਨੂੰ ਟਿਕਾ ਕੇ ਬੰਦ ਕਰਕੇ ਅੰਦਰ ਕਮਰੇ ਦੇ ਵਿੱਚ ਟਿਕਣਾ ਤੇ ਟਿਕਾਉਣਾ ਉਹਦੇ ਲਈ ਉਹਨੂੰ ਬਹੁਤ ਔਖਾ ਹੁੰਦਾ ਹੈ। ਤੇ ਇਹਦੇ ਲਈ ਨਾ ਸਾਨੂੰ ਖੁੱਲ੍ਹ ਕੇ ਮੈਂ ਸਰਕਾਰ ਨੂੰ ਫਿਰ ਤੁਹਾਡੇ ਥਰੂ ਬੇਨਤੀ ਕਰਦਾ ਹਾਂ, ਸਰਕਾਰ ਆਪਣੇ ਪੱਧਰ ਤੇ ਕੋਸ਼ਿਸ਼ ਕਰ ਰਹੀ ਹੈ, ਪਰ ਇਹਦੇ ਨਾਲ ਨਾ ਸਮਾਜ ਦੇ ਵਿੱਚ ਧਾਰਮਿਕ ਕੇਂਦਰਾਂ ਨੂੰ, ਸਮਾਜਿਕ ਸੰਸਥਾਵਾਂ ਨੂੰ ਨਾਲ ਜੋੜ ਕੇ ਇੱਦਾਂ ਦੇ ਪ੍ਰਬੰਧਾਂ ਦੇ ਵਿੱਚ ਆਪਣੀ ਸੁਪਰਵਿਜ਼ਨ ਦੇ ਵਿੱਚ ਮੈਨੂੰ ਲੱਗਦਾ ਜੇਕਰ ਉਹ ਦੱਸੇ ਕਿ ਸਾਨੂੰ ਇਹ ਚੀਜ਼ਾਂ ਜੇਕਰ ਇੱਦਾਂ ਕੰਟਰੀਬਿਊਟ ਕਰੋਗੇ ਤਾਂ ਇਸ ਤਰੀਕੇ ਨਾਲ ਹੋਰ ਇਹਦੀ ਸਹੂਲਤ ਜਿਹੜੀ ਹੈਗੀ ਜੇ ਮਤਲਬ ਪਹੁੰਚਾਈ ਜਾ ਸਕਦੀ ਹੈ ਇੱਕ ਲੋੜਵੰਦ ਤੱਕ, ਮੈਨੂੰ ਲੱਗਦਾ ਇਹਦੇ ਵਿੱਚ ਵਾਧਾ ਹੋ ਸਕਦਾ ਹੈ। ਸਹਿਯੋਗ ਪਬਲਿਕ ਹੋਰ ਵੀ ਕਰ ਸਕਦੀ ਹੈ ਜਿਨ੍ਹਾਂ ਨੂੰ ਰੱਬ ਨੇ ਸਮਰੱਥਾ ਬਖਸ਼ੀ ਹੈ। ਪਾਲਿਸੀ ਬਣਾਉਣ ਦੀ ਲੋੜ ਹੈ,
ਸਟ੍ਰੈਟਜੀ ਤੋਂ ਬਿਨਾਂ ਕੰਮ ਕਰਨਾ ਕਾਫੀ ਮੁਸ਼ਕਿਲ ਹੈ, ਕਿਉਂਕਿ ਜਦੋਂ ਅਸੀਂ ਵੀ ਡਿਸਟ੍ਰੀਬਿਊਸ਼ਨ ਲਈ ਜਾਂਦੇ ਤੇ ਮਤਲਬ ਉੱਥੇ ਸਾਨੂੰ ਵੀ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ। ਜਿਵੇਂ ਸਰਦਾਰ ਸ਼ਮਸ਼ੇਰ ਸਿੰਘ ਜੀ ਤੁਸੀਂ ਦੱਸਿਆ ਹੈ ਕਿ ਹਾਲਾਤ ਆ ਜਿਹੜੇ ਬਹੁਤੇ ਚੰਗੇ ਨਹੀਂ ਹੈ ਨਾਗਰਿਕ ਲਈ, ਜਾਂ ਡਿਪਰੈਸ਼ਨ ਦੇ ਜਿਹੜੇ ਮਰੀਜ਼ ਨੇ ਜ਼ਿਆਦਾ, ਇਹਨਾਂ ਬਾਰੇ ਅਗਰ ਸਿਹਤ ਮੰਤਰੀ ਤੱਕ ਆਪਾਂ ਕੋਈ ਗੱਲ ਕਹਿਣੀ ਹੋਵੇ ਤਾਂ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ ਬਿਲਕੁਲ, ਮੈਂ ਆਪਣੇ ਸਾਡੇ ਸਤਿਕਾਰਯੋਗ ਜਿਹੜੇ ਸਿਹਤ ਮੰਤਰੀ ਹੈਗੇ ਸਰ ਬਲਵੀਰ ਸਿੰਘ ਜੀ ਸਿੱਧੂ, ਮੈਂ ਉਹਨਾਂ ਨੂੰ ਬੇਨਤੀ ਕਰਦਾ ਜਿੱਥੇ ਉਹ ਬਹੁਤ ਮਿਹਨਤ ਕਰ ਰਹੇ ਹੈ ਤੇ ਉੱਥੇ ਨਾਲ ਦੀ ਨਾਲ ਜਿਵੇਂ ਆਪਾਂ ਗੱਲ ਕਰ ਰਹੇ ਸੀ ਨਾ ਵੀ ਅਦਰ ਦੈਨ ਕਰੋਨਾ ਜਿਹੜੀਆਂ ਪ੍ਰੋਬਲਮਸ ਹੈਗੀਆਂ, ਜਿਹੜੇ ਸੀਰੀਅਸ ਕੇਸ ਹੈ ਉਹਨਾਂ ਲਈ ਲੋੜੀਂਦਾ ਪ੍ਰਬੰਧ, ਭਾਵੇਂ ਜਿਹੜੇ ਦੂਜੇ ਪ੍ਰਾਇਮਰੀ ਹੈਲਥ ਸੈਂਟਰ ਹੈ ਉਹਨਾਂ ਦੇ ਵਿੱਚ ਵੀ ਉਹ ਇੱਕ ਲੋੜ ਹੈ ਸਮੇਂ ਦੀ। ਇਸ ਤਰੀਕੇ ਨਾਲ ਜਿਹੜੇ ਡਿਪਰੈਸ਼ਨ, ਡਿਮੈਂਸ਼ੀਆ, ਇੰਟੈਲੈਕਚੁਅਲ ਡਿਸੇਬਿਲਿਟੀ, ਟ੍ਰੈਜਡੀ, ਬਹੁਤ ਸਾਰੇ ਕਾਰਨਾਂ ਕਰਕੇ ਲੋਕ ਕਈ ਤਾਂ ਘਰਾਂ ਦੇ ਵਿੱਚੋਂ ਹੀ ਰੋਜ਼ ਬਾਹਰ ਨਿਕਲਦੇ, ਘਰ ਤੇ ਕੰਟਰੋਲ ਨਹੀਂ ਹੁੰਦੇ, ਬਾਹਰ ਜਾਂਦੇ ਆਪਣੀ ਮਰਜ਼ੀ ਨਾਲ ਤੁਰਦੇ ਫਿਰਦੇ ਆ, ਉਹਨਾਂ ਨੂੰ ਹੈਂਡਲ ਨਹੀਂ ਕੀਤਾ ਜਾ ਰਿਹਾ। ਬਹੁਤ ਇੱਕ ਕੇਸ ਦੂਜੇ ਵੀ ਵੱਡੀ ਗਿਣਤੀ 'ਚ ਜਿਹੜੇ ਕਿ ਸੜਕਾਂ ਤੇ ਰੁਲਦੇ ਫਿਰਦੇ ਆ, ਵੀਰਾਨ ਥਾਵਾਂ ਦੇ ਉੱਤੇ ਅਲੱਗ-ਅਲੱਗ ਜਗ੍ਹਾ ਤੇ, ਉਹਨਾਂ 'ਚ ਲੜਕੀਆਂ ਵੀ ਹੈਗੀਆਂ, ਉਹਨਾਂ 'ਚ ਔਰਤਾਂ ਵੀ ਹੈਗੀਆਂ, ਉਹਨਾਂ 'ਚ ਬਜ਼ੁਰਗ ਵੀ ਹੈਗੇ, ਉਹਨਾਂ 'ਚ ਨੌਜਵਾਨ ਵੀ ਹੈਗੇ ਹਨ। ਤੇ ਉਹਨਾਂ ਨੂੰ ਬਾਈ ਚਾਂਸ ਜੇਕਰ ਉਹਨਾਂ ਨੂੰ ਇਫੈਕਟ ਹੋ ਜਾਂਦਾ ਇਸ ਕਰੋਨਾ ਦਾ, ਤੇ ਉਹਨਾਂ ਨੇ ਫਿਰ ਸਮਾਜ ਦੇ ਵਿੱਚੋਂ ਕਿੰਨਾ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਤੇ ਉਹਨਾਂ ਨੂੰ ਆਪਾਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਮੈਂ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਵੀ ਇਹਦੇ ਉੱਤੇ ਜੇਕਰ ਵਰਕ ਹੋਇਆ ਹੈ ਤੇ ਉਹ ਥੋੜਾ ਜਿਹਾ ਕਲੀਅਰ ਹੋਣਾ ਚਾਹੀਦਾ। ਉਹਦੇ ਲਈ ਪਾਲਿਸੀ ਜਿਹੜੀ ਕਿ ਕਿਹੜੀ ਟੀਮ ਹੈਗੀ ਜਿਹੜੀ ਕਿ ਉਸ ਨੂੰ ਡੀਲ ਕਰੇਗੀ, ਕਿ ਉਹਨਾਂ ਲਈ ਕੋਈ ਸਪੈਸ਼ਲ ਹੈਲਪਲਾਈਨ ਬਣਾਈ ਹੈ, ਕਿ ਕੋਈ ਸਪੈਸ਼ਲ ਇਨਫਰਾਸਟ੍ਰਕਚਰ ਜੇ ਹੈਗਾ ਤਾਂ ਉਹ ਥੋੜਾ ਜਿਹਾ ਨੌਲੇਜ ਆਉਣਾ ਚਾਹੀਦਾ ਹੈਗਾ। ਜੇ ਨਹੀਂ ਹੈਗਾ ਤਾਂ ਮੈਨੂੰ ਲੱਗਦਾ ਵੀ ਸੰਸਥਾਵਾਂ ਦੀ ਹੈਲਪ ਲੈ ਕੇ, ਮੈਂ ਫਿਰ ਬੇਨਤੀ ਕਰਦਾ ਵੀ ਸਾਨੂੰ ਸਾਰੀਆਂ ਸਮਾਜਿਕ ਸੰਸਥਾਵਾਂ ਨੂੰ, ਧਾਰਮਿਕ ਕੇਂਦਰਾਂ ਨੂੰ ਇਸ ਵੇਲੇ ਸਰਕਾਰ ਦੇ ਨਾਲ ਰਲ ਕੇ ਇਹਨਾਂ ਸਿਚੁਏਸ਼ਨ ਦੇ ਉੱਤੇ ਵਰਕ ਕਰਨ ਦੀ ਲੋੜ ਹੈਗੀ, ਸਾਡਾ ਫਰਜ਼ ਬਣਦਾ ਹੈ। ਤੇ ਅਸੀਂ ਵੀ ਚਾਹੁੰਦੇ ਹੈਗੇ ਹਾਂ ਵੀ ਜੇਕਰ ਮਤਲਬ ਜਿਹੜੀਆਂ ਇਸ ਤਰ੍ਹਾਂ ਦੀਆਂ ਨਾਗਰਿਕ ਦੀਆਂ ਸਮੱਸਿਆਵਾਂ ਹੈਗੀਆਂ, ਉਸ ਨਾਗਰਿਕ ਨੂੰ ਤੁਰੰਤ ਜਿਹੜਾ ਹੈਗਾ ਹੈਂਡਲ ਕੀਤਾ ਜਾਵੇ ਤੇ ਇਹਦੀ ਪਾਲਿਸੀ ਸਟ੍ਰੈਟਜੀ ਬਣਾਈ ਜਾਵੇ ਕੰਮ ਕਰਨ ਦੀ। ਤੇ ਮੈਨੂੰ ਲੱਗਦਾ ਕੁਝ ਸੰਸਥਾਵਾਂ ਜਿਨ੍ਹਾਂ ਨੂੰ ਵੀ ਤੁਸੀਂ ਠੀਕ ਸਮਝਦੇ ਹੋ, ਉਹਨਾਂ ਨੂੰ ਨਾਲ ਲੈ ਕੇ ਇੱਕ ਇਹਦੀ ਪਾਲਿਸੀ ਬਣਾ ਕੇ ਤੇ ਤੁਰੰਤ ਇਹੋ ਜਿਹੇ ਨਾਗਰਿਕਾਂ ਨੂੰ ਜਿਹੜਾ ਹੈਗਾ ਵੀ ਉਹਨਾਂ ਨੂੰ ਮੌਕੇ ਤੇ ਸੰਭਾਲਣਾ ਚਾਹੀਦਾ ਹੈਗਾ, ਤਾਂ ਜੋ ਇਸ ਦਾ ਕੋਈ ਵੱਡੇ ਪੱਧਰ ਤੇ ਹੋਰ ਨੁਕਸਾਨ ਨਾ ਹੋਵੇ। ਇਹ ਮੈਂ ਮੰਤਰੀ ਸਾਹਿਬ ਨੂੰ ਬਾਰ-ਬਾਰ ਬੇਨਤੀ ਕਰਦਾ ਵੀ ਉਹਨਾਂ ਲਈ ਵੀ ਕੋਈ ਨਾ ਕੋਈ ਵਾਰਡ, ਭਾਵੇਂ ਉਹ ਜਿਹੜੇ ਹੋਰ ਸੈਂਟਰ ਹੈਗੇ ਆ, ਛੋਟੀਆਂ ਡਿਸਪੈਂਸਰੀਆਂ ਹੈ, ਪ੍ਰਾਇਮਰੀ ਹੈਲਥ ਸੈਂਟਰ ਹੈ, ਮੈਂ ਤਾਂ ਇੱਕ ਵਾਰ ਇਹ ਵੀ ਬੇਨਤੀ ਕੀਤੀ ਸੀ ਵੀ ਜਿਹੜੇ ਨਵੇਂ ਕੇਸਾਂ ਨੂੰ ਪੁਰਾਣੇ ਕੇਸਾਂ ਦੇ ਵਿੱਚ ਰੱਖਣ ਦੀ ਬਜਾਏ, ਕਿਉਂਕਿ ਇਹਨਾਂ ਨੂੰ ਇੰਸਟਰਕਸ਼ਨ ਫੋਲੋ ਕਰਨ 'ਚ ਵੀ ਮੁਸ਼ਕਲ ਆਉਂਦੀ ਹੈ। ਡਿਪਰੈਸ਼ਨ ਚੀਜ਼ ਹੀ ਐਸੀ ਹੁੰਦੀ ਹੈ, ਸਾਡੇ ਕੋਲ ਮੈਜੋਰਿਟੀ ਕੇਸ ਹੈ ਤੇ ਸੈਕੰਡਰੀ ਡਿਪਰੈਸ਼ਨ ਦੇ ਕੇਸ ਹੈ ਵੀ ਜਿਹੜੀਆਂ ਹੋਰ ਕੋਈ ਬਿਲਡਿੰਗ ਹੈਗੀ ਆ ਉਹ ਸਾਡੇ ਕੋਲ ਮਤਲਬ ਉਹਦੇ ਵਿੱਚੋਂ ਜਿਵੇਂ ਇੱਕ ਰਾਜਪੁਰੇ 'ਚ ਬਣੀ ਹੋਈ ਉਹ ਬਿਲਡਿੰਗ ਸਾਡੇ ਕੋਲ ਸ਼ਿਫਟ ਕਰ ਦਿੱਤੀ ਜਾਵੇ। ਉਹਦੇ ਲਈ ਸਾਨੂੰ ਸਰਕਾਰ ਥੋੜਾ ਗਾਈਡ ਵੀ ਕਰ ਦੇਵੇ, ਉਹਨਾਂ ਦੀ ਟੈਸਟਿੰਗ ਕਰਕੇ ਅਸੀਂ ਉਹਨਾਂ ਲਈ ਅਰੇਂਜਮੈਂਟ ਇੱਥੇ ਕਰ ਲਾਂਗੇ ਸਰਕਾਰ ਦੀ ਸੁਪਰਵਿਜ਼ਨ ਦੇ ਵਿੱਚ, ਸਰਕਾਰ ਦੀ ਜਾਂ ਗਾਈਡੈਂਸ ਦੇ ਅੰਡਰ। ਤੇ ਉਹ ਜਿਹੜੀ ਬਿਲਡਿੰਗ ਹੈਗੀ ਆ ਉਹਦੇ ਵਿੱਚ ਨਵੇਂ ਕੇਸ ਦਾਖਲ ਕਰ ਲਈਏ। ਹੁਣ ਮੇਲ ਤੇ ਫੀਮੇਲ ਨੂੰ ਵੀ ਅਲੱਗ ਰੱਖਣਾ, ਬੱਚੇ ਨੂੰ ਵੀ ਅਲੱਗ ਰੱਖਣਾ, ਵੀ ਇਹਦੇ ਉੱਤੇ ਵੀ ਮੈਨੂੰ ਲੱਗਦਾ ਵਿਚਾਰ ਕਰਨ ਦੀ ਤੁਰੰਤ ਲੋੜ ਹੈ, ਜੋ ਹਾਲਾਤ ਬਣੇ ਹੋਏ ਆ, ਤਾਂ ਕਿ ਨੁਕਸਾਨ ਜਿਹੜਾ ਹੈਗਾ ਉਹ ਵੱਡੇ ਪੱਧਰ ਤੇ ਹੈਗਾ ਉਹਦੇ ਨੂੰ ਮਤਲਬ ਫੈਲਣ ਤੋਂ ਬਚਾਇਆ ਜਾ ਸਕੇ। ਇਹਦੀ ਵੱਡੇ ਪੱਧਰ ਤੇ ਲੋੜ ਹੈ ਇੱਥੇ ਨਾ, ਮਤਲਬ ਜਿਵੇਂ ਇੱਕ ਅੱਜ ਹੋਰ ਵੀ ਬੜਾ ਇੱਕ ਸਹਿਮ ਜਿਹਾ ਵੀ ਬਹੁਤ ਬਣਿਆ ਹੋਇਆ ਹੈਗਾ। ਸਾਵਧਾਨੀ ਜਿਹੜੀਆਂ ਵੀ ਸਿਹਤ ਵਿਭਾਗ ਦੀਆਂ ਹਦਾਇਤਾਂ ਉਹਨਾਂ ਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਹੈ। ਜਿਵੇਂ ਕਰੋਨਾ ਤੋਂ ਬਚਾਉਣਾ ਅਤ ਜ਼ਰੂਰੀ ਹੈ, ਲੋੜਵੰਦ ਦੀ ਲੋੜ ਪੂਰੀ ਕਰਨੀ ਹੈ, ਪਰ ਉਹਦੇ ਵਿੱਚ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਦੂਜੀ ਗੱਲ ਜਿਹੜੀ ਹੈਗੀ ਇਹਦੇ ਵਿੱਚ ਨਾ ਮਤਲਬ ਵੀ ਸਾਨੂੰ ਜਿਵੇਂ ਕਿ ਆਪਾਂ ਕਹਿ ਦਈਏ ਵੀ ਲਾਪਰਵਾਹੀ ਬਿਲਕੁਲ ਵੀ ਬਰਦਾਸ਼ਤ ਨਹੀਂ ਹੈਗੀ। ਲਾਪਰਵਾਹੀ ਨਾਲ ਬਹੁਤ ਨੁਕਸਾਨ ਉਠਾਇਆ ਆਪਾਂ ਵਰਲਡ ਵਾਈਡ ਦੇਖ ਰਹੇ ਹਾਂ, ਤੇ ਸਾਨੂੰ ਬੇਪਰਵਾਹੀ ਜ਼ਰੂਰ ਚਾਹੀਦੀ ਹੈ। ਬੇਪਰਵਾਹੀ ਨਾਲ ਲਾਪਰਵਾਹੀ ਨਹੀਂ, ਬੇਪਰਵਾਹੀ ਨਾਲ ਅਸੀਂ ਆਪਣੇ ਸਾਥੀਆਂ ਨੂੰ ਸੰਭਾਲੀਏ। ਆਪਣੇ ਪਿੰਡ ਦੇ ਵਿੱਚ ਸਰਪੰਚ ਸੰਭਾਲਣ, ਜਿਵੇਂ ਕਮੇਟੀਆਂ ਕੋਸ਼ਿਸ਼ ਕਰਦੀਆਂ, ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਉਹਨਾਂ ਨੂੰ ਹੋਰ ਮਤਲਬ ਖੁੱਲ੍ਹ ਕੇ ਅੱਗੇ ਆਉਣ ਦੀ ਲੋੜ ਹੈਗੀ ਹੈ, ਤੇ ਇੱਕ ਦੂਜੇ ਦੀ ਹੈਲਪ ਲੈ ਕੇ ਸਰਕਾਰ ਨੂੰ ਵੀ ਖੁੱਲ੍ਹ ਕੇ ਕਲੀਅਰ ਕਰ ਦੇਣਾ ਚਾਹੀਦਾ ਵੀ ਸਾਨੂੰ ਇੱਥੇ ਇੱਕ ਸਹਿਯੋਗ ਦੀ ਲੋੜ ਹੈ, ਕਿਉਂਕਿ ਇਸ ਵੇਲੇ ਸਿਚੁਏਸ਼ਨ ਹੈ ਬੜੀ ਅਜੀਬ ਜੀ ਬਣੀ ਹੋਈ ਹੈ, ਜਿਹਦੇ ਵਿੱਚ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਹਾਂਜੀ, ਕਿਤੇ ਇਹ ਨਾ ਹੋਵੇ ਕਿ ਜ਼ਿੰਦਗੀ ਗੁਜ਼ਰ ਗਈ ਵਿੱਚ ਬੇਹੋਸ਼ਾਂ ਦੇ, ਜ਼ਿੰਦਗੀ ਗੁਜ਼ਰ ਗਈ ਵਿੱਚ ਬੇਹੋਸ਼ਾਂ ਦੇ, ਹੋਸ਼ ਉਸ ਵੇਲੇ ਆਈ ਜਦੋਂ ਵਸਣ ਚੱਲੇ ਸ਼ਹਿਰ ਖਮੋਸ਼ਾਂ ਦੇ, ਜਦੋਂ ਵਸਣ ਚੱਲੇ ਸ਼ਹਿਰ ਖਮੋਸ਼ਾਂ ਦੇ। ਇਸ ਵੇਲੇ ਬਹੁਤ ਲੇਟ। ਧੰਨਵਾਦ ਜੀ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇਹਨਾਂ ਨੇ ਇੱਕ ਪੰਘੂੜਾ ਲਾਇਆ ਹੋਇਆ ਜਿੱਥੇ ਲਿਖਿਆ ਹੋਇਆ ਹੈ ਕਿ ਭਰੂਣ ਹੱਤਿਆ ਨਹੀਂ ਪੰਘੂੜਾ। ਅਗਰ ਕੋਈ ਬੱਚਾ ਨਹੀਂ ਜਿਕਣਾ ਕਿ ਕਿਸੇ ਦੀ ਬੇਟੀ ਹੋ ਜਾਂਦੀ ਹੈ, ਉਹ ਉਸ ਨੂੰ ਪਾਲਣ ਪੋਸ਼ਣ ਨਹੀਂ ਕਰ ਸਕਦਾ, ਉਸ ਨੂੰ ਆਪਾਂ ਬਾਹਰ ਸੁੱਟ ਦਿੰਨੇ ਆ ਢੇਰਾਂ ਤੇ, ਜਾਂ ਕੱਲ ਰੂੜੀ ਤੇ ਆਪਾਂ ਸਿੱਟ ਦਿੰਨੇ ਆ, ਪਰ ਉਹ ਇਹਨਾਂ ਨੇ ਇੱਕ ਵੱਡਾ ਕਦਮ ਚੁੱਕਿਆ ਤੇ ਇੱਕ ਪੰਘੂੜਾ ਲਾਇਆ। ਅਗਰ ਤੁਸੀਂ ਕਹਿੰਦੇ ਹੋ ਬੱਚਾ ਨਹੀਂ ਰੱਖ ਸਕਦੇ, ਇੱਕ ਪੰਘੂੜੇ ਵਿੱਚ ਪਾਓ ਤੇ ਅਸੀਂ ਉਹ ਬੱਚੇ ਦਾ ਦੇਖਭਾਲ ਕਰਾਂਗੇ। ਇੱਕ ਵੱਡੀ ਸੇਵਾ ਜੀ ਇਹਨਾਂ ਦੀ, ਸਮਾਜ ਸੇਵਾ ਜਿਹੜੀ ਹਰ ਇਨਸਾਨ ਨੂੰ ਕਰਨੀ ਚਾਹੀਦੀ ਹੈ।